Good evening to one and all present here. ਅੱਜ ਦੀ ਕਲਾਸ ਵਿੱਚ ਦ ਲਰਨਿੰਗ ਫੈਕਟਰੀ ਚੈਨਲ ਉੱਪਰ ਮੈਂ ਤੁਹਾਡੇ ਸਾਰਿਆਂ ਦਾ ਦਿਲੋਂ ਸਵਾਗਤ ਕਰਦੀ ਹਾਂ। ਔਰ ਅੱਜ ਦੀ ਕਲਾਸ ਜਿਹੜੀ ਕਿ ਆਪਣੀ ਦੂਸਰੀ ਕਲਾਸ ਰਹਿਣ ਵਾਲੀ ਹੈ PS ਟੈਟ ਇੰਗਲਿਸ਼ ਦੇ ਰਿਗਾਰਡਿੰਗ ਆਪਣੀ ਅੱਜ ਕਲਾਸ ਸੈਕਿੰਡ ਹੈਗੀ ਹੈ ਜਿਹੜੀ ਇਹਦੇ ਵਿੱਚ ਆਪਾਂ ਨੈਕਸਟ ਪੈਡਾਗੋਜੀਕਲ ਟਰਮਸ ਕਰਨ ਜਾ ਰਹੇ ਹਾਂ। ਪਹਿਲੀ ਕਲਾਸ ਵਿੱਚ ਜਿਵੇਂ ਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਹਿਲੀ ਕਲਾਸ ਵਿੱਚ ਆਪਾਂ ਕਿਹੜੀਆਂ ਪੈਡਾਗੋਜੀਕਲ ਟਰਮਸ ਕੀਤੀਆਂ ਸੀ, ਪਿਜਨ ਕੀਤੀ ਸੀ, ਕ੍ਰਿਓਲ ਕੀਤੀ ਸੀ ਔਰ ਆਪਾਂ ਐਕਸੈਂਟ ਬਾਰੇ ਪੜ੍ਹਿਆ ਸੀ। ਤਾਂ ਜੋ ਅੱਜ ਦੀ ਕਲਾਸ ਵਿੱਚ ਫਸਟ ਟਾਈਮ ਇਸ ਚੈਨਲ ਉੱਪਰ ਵਿਜ਼ਿਟ ਕਰ ਰਹੇ ਨੇ, ਪਹਿਲਾਂ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਉਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਕਿ ਇਸ ਚੈਨਲ ਦੇ ਥਰੂ ਵੱਧ ਤੋਂ ਵੱਧ ਸਟੂਡੈਂਟਸ ਦਾ ਫਾਇਦਾ ਹੋ ਸਕੇ। ਔਰ ਜੋ ਇਸ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ, ਜੋ ਇਹ ਕਲਾਸ ਫਸਟ ਟਾਈਮ ਦੇਖ ਰਹੇ ਨੇ, ਤਾਂ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕਰਾਂਗੀ ਕਿ ਉਹ ਸਭ ਤੋਂ ਪਹਿਲਾਂ ਪਹਿਲੀ ਕਲਾਸ ਨੂੰ ਦੇਖਣ। ਜੋ ਪੈਡਾਗੋਜੀਕਲ ਟਰਮਸ ਅਸੀਂ ਪਹਿਲੀ ਕਲਾਸ ਵਿੱਚ ਕਰ ਚੁੱਕੇ ਹਾਂ ਉਹਨਾਂ ਨੂੰ ਕਰਨ, ਉਸ ਤੋਂ ਬਾਅਦ ਜਿਹੜੀ ਹੈ ਉਸ ਕੰਟੀਨਿਊਟੀ ਜਿਹੜੀ ਹੈ ਸੈਕਿੰਡ ਕਲਾਸ ਵਿੱਚ ਉਸੇ ਤਰ੍ਹਾਂ ਹੀ ਬਰਕਰਾਰ ਰੱਖਣ। ਠੀਕ ਹੈ, ਤਾਂ ਅੱਜ ਦੀ ਕਲਾਸ ਦੀ ਜਿਹੜੀ ਪਹਿਲੀ ਪੈਡਾਗੋਜੀਕਲ ਟਰਮ ਹੈਗੀ ਉਹ ਆਪਾਂ ਕਰਨ ਜਾ ਰਹੇ ਹਾਂ। ਕਿਹੜੀ ਟਰਮ ਹੈ? ਡਾਇਲੈਕਟ। Dialect is a form of spoken language used in a certain मतलब ਕਿਸੇ ਪਰਟੀਕੂਲਰ ਹਿੱਸੇ ਵਿੱਚ। ਠੀਕ ਹੈ, ਡਾਇਲੈਕਟ ਕੀ ਹੈ? ਇੱਕ ਤਰ੍ਹਾਂ ਦੀ ਉਹ ਭਾਸ਼ਾ ਹੈ, ਬੋਲੀ ਜਾਣ ਵਾਲੀ ਭਾਸ਼ਾ ਹੈ ਜਿਹੜੀ ਕਿਸੇ ਕੰਟਰੀ ਦੀ, ਕਿਸੇ ਏਰੀਆ ਜਾਂ ਕਿਸੇ ਮਤਲਬ ਲੋਕਾਂ ਦੇ ਇੱਕ ਸਮੂਹ ਦੀ, ਗਰੁੱਪ ਦੀ, ਕਿਸੇ ਪਰਟੀਕੂਲਰ ਗਰੁੱਪ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਟ ਇਜ਼ ਅ ਫੋਰਮ ਆਫ ਸਪੋਕਨ ਲੈਂਗੁਏਜ ਸਪੈਸੀਫਿਕ ਟੂ ਅ ਰੀਜਨ, ਸੋਸ਼ਲ ਗਰੁੱਪ ਔਰ ਐਨ ਓਕਿਊਪੇਸ਼ਨਲ ਗਰੁੱਪ। ਹਾਂਜੀ, ਹੁਣ ਜੇ ਆਪਾਂ ਪੰਜਾਬੀ ਵਿੱਚ ਡਾਇਲੈਕਟ ਦੀ ਗੱਲ ਕਰੀਏ ਤਾਂ ਪੰਜਾਬੀ ਵਿੱਚ ਡਾਇਲੈਕਟ ਕੀ ਚੀਜ਼ ਹੁੰਦਾ? ਠੀਕ ਹੈ, ਡਾਇਲੈਕਟ ਉਹ ਭਾਸ਼ਾ, ਜਿੱਦਾਂ ਦੇਖੋ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਮਾਲਵੇ ਏਰੀਏ 'ਚ ਜਿਹੜੀ ਬੋਲੀ ਆ ਉਹ ਹੋਰ ਹੈ। ਮਾਝੇ ਏਰੀਏ 'ਚ ਜੇ ਆਪਾਂ ਜਾਵਾਂਗੇ ਤਾਂ ਹੁਣ ਦੇਖੋ ਪੰਜਾਬੀ ਲੈਂਗੁਏਜ ਤਾਂ ਇੱਕੋ ਹੀ ਹੈ, ਪੰਜਾਬੀ ਲੈਂਗੁਏਜ ਤਾਂ ਉਹੀ ਹੈ, ਸਾਰੇ ਪਾਸੇ ਉਹੀ ਬੋਲੀ ਜਾਂਦੀ ਹੈ। ਲੇਕਿਨ ਅਗਰ ਪੰਜਾਬੀ ਲੈਂਗੁਏਜ ਦੀ ਆਪਾਂ ਮਾਲਵੇ ਏਰੀਏ 'ਚ ਗੱਲ ਕਰੀਏ ਤਾਂ ਮਾਲਵੇ ਏਰੀਏ 'ਚ ਉਹਦਾ ਬੋਲਣ ਦਾ ਤਰੀਕਾ ਵੱਖਰਾ ਹੈ। ਅਤੇ ਜੇ ਆਪਾਂ ਮਾਝੇ ਏਰੀਏ ਵਾਲੀ ਸਾਈਡ ਚਲੇ ਜਾਈਏ ਤਾਂ ਉਹ ਇਸੇ ਬੋਲੀ ਨੂੰ ਥੋੜ੍ਹਾ ਫਰਕ ਵਿੱਚ ਬੋਲਿਆ ਜਾਂਦਾ, ਯਾਨੀ ਕਿ ਉੱਥੇ ਦੇ ਲੋਕਾਂ ਦੀ ਬੋਲੀ ਵੱਖਰੀ ਹੈ। ਠੀਕ ਹੈ, ਫਿਰ ਪੁਆਧੀ ਵਾਲੀ ਸਾਈਡ ਚਲੇ ਜਾਈਏ ਤਾਂ ਉੱਥੇ ਦੀ ਵੱਖਰੀ ਹੈ। ਦੁਆਬੇ ਵਾਲੇ ਪਾਸੇ ਚਲੇ ਜਾਈਏ ਤਾਂ ਉੱਥੇ ਵੀ ਜਿਹੜਾ ਬੋਲੀ ਵਿੱਚ ਫਰਕ ਆ ਜਾਂਦਾ। ਤਾਂ ਡਾਇਲੈਕਟ ਕੀ ਹੁੰਦਾ ਹੈ? ਇੱਕ ਪਰਟੀਕੂਲਰ ਹਿੱਸੇ ਦੇ, ਇੱਕ ਗਰੁੱਪ ਦੇ ਲੋਕਾਂ ਦੀ ਬੋਲੀ। ਐਕਸੈਂਟ ਜਿਹੜਾ ਆਪਾਂ ਲਾਸਟ ਕਲਾਸ ਵਿੱਚ ਪੜ੍ਹਿਆ ਸੀ, ਐਕਸੈਂਟ ਵਿੱਚ ਕੀ ਸੀਗਾ? ਹਰੇਕ ਬੰਦੇ ਦਾ ਅਲੱਗ-ਅਲੱਗ ਬੋਲਣ ਦਾ ਤਰੀਕਾ ਸੀ, ਯਾਨੀ ਕਿ ਇਕੱਲੇ ਬੰਦੇ ਦਾ ਅੱਡ ਬੋਲਣ ਦਾ ਤਰੀਕਾ, ਉਹ ਸੀ ਐਕਸੈਂਟ। ਜੇ ਆਪਾਂ ਗਰੁੱਪ ਦੀ ਗੱਲ ਕਰਾਂਗੇ, ਠੀਕ ਹੈ, ਗਰੁੱਪ ਆਫ ਪੀਪਲ ਦਾ ਬੋਲਣ ਦਾ ਤਰੀਕਾ, ਯਾਨੀ ਕਿ ਲੋਕਾਂ ਦੇ ਇਕੱਠ, ਲੋਕਾਂ ਦੇ ਸਮੂਹ ਦਾ ਬੋਲਣ ਦਾ ਤਰੀਕਾ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਡਾਇਲੈਕਟ ਕਵਾਂਗੇ। ਜਿਵੇਂ ਮਾਝੇ ਦੇ ਲੋਕਾਂ ਦੀ ਬੋਲੀ ਇੱਕੋ ਜਿਹੀ ਹੈ ਤਾਂ ਉਹ ਬੋਲੀ ਨੂੰ ਆਪਾਂ ਕੀ ਕਵਾਂਗੇ? ਡਾਇਲੈਕਟ ਕਵਾਂਗੇ। ਇਟ ਇਜ਼ ਅ ਫੋਰਮ ਆਫ ਸਪੋਕਨ ਲੈਂਗੁਏਜ ਸਪੈਸੀਫਿਕ ਟੂ ਅ ਰੀਜਨ। ਹੁਣ ਇਹ ਬੋਲੀ ਕਿਸੇ ਇੱਕ ਇਲਾਕੇ ਦੇ ਲੋਕਾਂ ਦੀ ਵੀ ਹੋ ਸਕਦੀ ਹੈ। ਜਿਵੇਂ ਮੈਂ ਹੁਣੇ ਐਗਜ਼ਾਮਪਲ ਦਿੱਤੀ ਕਿ ਮਾਝੇ ਦੇ ਏਰੀਏ ਦੇ ਸਾਰੇ ਲੋਕਾਂ ਦੀ ਬੋਲੀ ਕੀ ਹੈ? ਠੀਕ ਹੈ, ਬੋਲੀ। ਅਤੇ ਮਾਲਵੇ ਦੇ ਏਰੀਏ ਉਹਨੂੰ ਆਪਾਂ ਉਹ ਜਿਹੜਾ ਬੋਲੀ ਦਾ ਫਰਕ ਆ ਉਹਨੂੰ ਆਪਾਂ ਕੀ ਕਵਾਂਗੇ? ਡਾਇਲੈਕਟ ਕਵਾਂਗੇ, ਕਿਉਂਕਿ ਉਹ ਗਰੁੱਪ ਆਫ ਪੀਪਲ ਦੀ ਬੋਲੀ ਹੈ। ਜਾਂ ਫਿਰ ਇਹ ਇੱਕ ਇਲਾਕੇ ਦੀ ਬੋਲੀ ਵੀ ਹੋ ਸਕਦੀ ਹੈ, ਕਿਸੇ ਸੋਸ਼ਲ ਗਰੁੱਪ ਦੀ ਬੋਲੀ ਵੀ ਹੋ ਸਕਦੀ ਹੈ, ਜਾਂ ਕਿਸੇ ਓਕਿਊਪੇਸ਼ਨਲ ਗਰੁੱਪ, ਯਾਨੀ ਕਿ ਕਿਸੇ ਇੱਕ ਪਰਟੀਕੂਲਰ ਕਿੱਤੇ ਨਾਲ ਸੰਬੰਧਿਤ, ਕਿਸੇ ਇੱਕ ਪਰਟੀਕੂਲਰ ਰੁਜ਼ਗਾਰ ਨਾਲ ਸੰਬੰਧਿਤ ਲੋਕਾਂ ਦੀ ਬੋਲੀ ਵੀ ਹੋ ਸਕਦੀ ਹੈ। ਜਿਵੇਂ ਆਪਾਂ ਗੱਲ ਕਰੀਏ ਮੈਡੀਕਲ ਫੀਲਡ ਦੀ ਗੱਲ ਕਰਦੇ ਹਾਂ, ਡਾਕਟਰੀ ਲਾਈਨ ਦੀ ਗੱਲ ਕਰਦੇ ਹਾਂ, ਤਾਂ ਡਾਕਟਰੀ ਲਾਈਨ ਵਿੱਚ ਕੁਝ ਵਰਡਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਡਾਕਟਰੀ ਲਾਈਨ, ਜਿਹੜੀ ਡਾਕਟਰਸ ਦੀ ਜਿਹੜੀ ਲੈਂਗੁਏਜ ਆ ਉਹ ਵੱਖਰੀ ਹੁੰਦੀ ਹੈ ਅਤੇ ਆਪਣੀ ਆਮ ਲੋਕਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਵੱਖਰੀ ਹੁੰਦੀ ਹੈ। ਆਪਣੇ ਆਮ ਲੋਕਾਂ ਨੂੰ ਡਾਕਟਰਾਂ ਦੀ ਭਾਸ਼ਾ ਜਿਵੇਂ ਸਮਝ ਨਹੀਂ ਆਉਂਦੀ, ਕਿਉਂਕਿ ਬਹੁਤ ਸਾਰੇ ਵਰਡਸ ਆਪਾਂ ਨੂੰ ਉਹਨਾਂ ਦੀ ਲੈਂਗੁਏਜ ਦੇ ਨਹੀਂ ਪਤਾ ਹੁੰਦੇ। ਤਾਂ ਜਿਹੜੇ ਡਾਇਲੈਕਟ ਹੈ ਉਹ ਕਿਸੇ ਇੱਕ ਇਲਾਕੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ। ਠੀਕ ਹੈ, ਕਿਸੇ ਇੱਕ ਰਿਲੀਜਨ, ਧਰਮ ਨਾਲ ਸੰਬੰਧਿਤ ਵੀ ਹੋ ਸਕਦੀ ਹੈ। ਠੀਕ ਹੈ, ਜਾਂ ਫਿਰ ਕਿਸੇ ਇੱਕ ਕਿੱਤੇ ਨਾਲ ਸੰਬੰਧਿਤ ਲੋਕਾਂ ਦੀ ਬੋਲੀ ਵੀ ਹੋ ਸਕਦੀ ਹੈ। ਪਰ ਡਾਇਲੈਕਟ ਹਮੇਸ਼ਾ ਹੋਊਗੀ ਕਿ ਇੱਕ ਗਰੁੱਪ ਆਫ ਪੀਪਲ ਦੀ ਬੋਲੀ, ਯਾਨੀ ਕਿ ਲੋਕਾਂ ਦੇ ਸਮੂਹ ਦੀ ਬੋਲੀ। ਡਾਇਲੈਕਟ ਹਮੇਸ਼ਾ ਕੀ ਹੋਊਗੀ? ਲੋਕਾਂ ਦੇ ਸਮੂਹ ਦੀ ਬੋਲੀ, ਗਰੁੱਪ ਆਫ ਪੀਪਲ ਦੀ ਬੋਲੀ। ਠੀਕ ਹੈ, ਕਿਸੇ ਇਕੱਲੇ ਬੰਦੇ ਦੀ ਭਾਸ਼ਾ ਨੂੰ ਡਾਇਲੈਕਟ ਨਹੀਂ ਕਿਹਾ ਜਾ ਸਕਦਾ।
ਇੱਕ ਲੋਕਾਂ ਦੇ ਸਮੂਹ, ਇੱਕ ਗਰੁੱਪ ਆਫ ਪੀਪਲ ਦੀ ਬੋਲੀ ਨੂੰ ਆਪਾਂ ਡਾਇਲੈਕਟ ਕਵਾਂਗੇ। ਜੇ ਇਕੱਲੇ ਬੰਦੇ ਦੀ ਭਾਸ਼ਾ ਦੀ ਗੱਲ ਕਰਾਂਗੇ ਤਾਂ ਆਪਣਾ ਆਨਸਰ ਐਕਸੈਂਟ ਆਏਗਾ। ਜੇ ਗਰੁੱਪ ਆਫ ਪੀਪਲ ਆਉਣਗੇ, ਜੋ ਗਰੁੱਪ ਆਫ ਪੀਪਲ ਚਾਹੇ ਕਿਸੇ ਇਲਾਕੇ ਦੇ ਹੋਣ, ਚਾਹੇ ਕਿਸੇ ਕਿੱਤੇ ਨਾਲ ਸੰਬੰਧਿਤ ਹੋਣ ਜਾਂ ਕਿਸੇ ਧਰਮ ਨਾਲ ਸੰਬੰਧਿਤ ਹੋਣ, ਉਹ ਗਰੁੱਪ ਆਫ ਪੀਪਲ ਦੀ ਬੋਲੀ ਨੂੰ ਆਪਾਂ ਕੀ ਕਵਾਂਗੇ? ਡਾਇਲੈਕਟ ਕਵਾਂਗੇ। ਹਾਂਜੀ, ਹੁਣ ਨੈਕਸਟ ਟਰਮ ਜਿਹੜੀ ਆਪਣੀ ਪੈਡਾਗੋਜੀਕਲ ਟਰਮ ਆਪਾਂ ਕਰਨ ਜਾ ਰਹੇ ਹਾਂ, ਕਿਹੜੀ ਟਰਮ ਹੈ? ਰਜਿਸਟਰ। ਠੀਕ ਹੈ, ਹੁਣ ਕਾਪੀ ਵਾਲਾ ਰਜਿਸਟਰ ਨਹੀਂ ਹੈਗਾ ਇਹ, ਤਾਂ ਇਹ ਰਜਿਸਟਰ ਕੀ ਹੈ? ਦ ਵੇ ਯੂ ਪ੍ਰਜੈਂਟ ਯੋਰ ਸੈਲਫ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਪ੍ਰਜੈਂਟ ਕਰਦੇ ਹੋ ਅੱਡ ਅੱਡ ਸਿਚੁਏਸ਼ਨਸ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਰਜਿਸਟਰ ਕਹਿੰਦੇ ਹਾਂ। ਜਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਪ੍ਰਜੈਂਟ ਕਰਦੇ ਹਾਂ, ਦੂਜਿਆਂ ਦੇ ਸਾਹਮਣੇ ਵਿਖਾਉਂਦੇ ਹਾਂ ਅਲੱਗ-ਅਲੱਗ ਹਾਲਾਤਾਂ ਵਿੱਚ, ਅਲੱਗ-ਅਲੱਗ ਸਿਚੁਏਸ਼ਨਸ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਰਜਿਸਟਰ ਕਹਿੰਦੇ ਹਾਂ। ਹੁਣ ਇਹ ਕੀ ਚੀਜ਼ ਹੈ? ਇਹਦੀ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕੀ ਚੀਜ਼ ਦੇਖਾਂਗੇ? ਹਾਂਜੀ, ਐਗਜ਼ਾਮਪਲ ਕੀ ਆਏਗੀ ਇਹਦੀ? ਜਿਸ ਤਰ੍ਹਾਂ ਆਪਾਂ ਕਹੀਏ, ਹਾਂ, ਜਿਸ ਤਰ੍ਹਾਂ ਤੁਸੀਂ, ਤੁਹਾਡੇ ਮੰਮੀ ਨੇ ਤੁਹਾਡੇ ਤੋਂ ਪੁੱਛਿਆ ਵੀ ਤੁਸੀਂ ਕਿੱਥੇ ਚੱਲੇ ਹੋ, ਮੰਮੀ ਨੂੰ ਆਪਾਂ ਕਹਿ ਦਿੱਤਾ ਕਿ ਅਸੀਂ ਪਾਰਟੀ 'ਤੇ ਚੱਲੇ, ਮੈਂ ਤਾਂ ਰਾਤੀ ਲੇਟ ਆਊਂਗਾ ਜੀ, ਮੈਂ ਨਹੀਂ ਹੁਣ ਜਲਦੀ ਆਉਂਦਾ ਘਰੇ। ਠੀਕ ਹੈ, ਫਿਰ 10 ਮਿੰਟ ਬਾਅਦ ਉਹੀ ਚੀਜ਼ ਤੁਹਾਡੇ ਪਾਪਾ ਨੇ ਪੁੱਛ ਲਈ, ਸਿਚੁਏਸ਼ਨ ਚੇਂਜ ਹੋ ਗਈ। ਹੁਣ ਮੰਮੀ ਅਤੇ ਪਾਪਾ ਦਾ ਤਾਂ ਬੜਾ ਫਰਕ ਹੈ ਜੀ। ਪਾਪਾ ਦਾ ਰੋਬ ਕਿੱਥੇ ਚਲੇ ਜਾਂਦਾ, ਪਾਪਾ ਦੇ ਮੂਹਰੇ ਤਾਂ ਜ਼ੁਬਾਨ ਨਹੀਂ ਖੁੱਲ੍ਹਦੀ। ਤਾਂ ਜਦੋਂ 10 ਮਿੰਟ ਬਾਅਦ ਉਹੀ ਚੀਜ਼ ਆਪਣੇ ਪਾਪਾ ਜੀ ਨੇ ਪੁੱਛ ਲਈ, ਤਾਂ ਫਿਰ ਆਪਣਾ ਕੀ ਜਵਾਬ? ਨਹੀਂ ਨਹੀਂ ਪਾਪਾ, ਮੈਂ ਤਾਂ ਮੋੜ 'ਤੇ ਚੱਲੇ, ਬਸ 10 ਮਿੰਟ 'ਚ ਹੁਣੇ ਆ ਗਏ। ਠੀਕ ਹੈ, ਜਾਂ ਫਿਰ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਹੋ ਸਕਦੀ ਹੈ ਕਿ 4 ਐਮਪਲੋਏ ਬੈਠੇ ਨੇ, ਆਪਣੇ ਬੌਸ ਦੀਆਂ ਚੁਗਲੀਆਂ ਕਰੀ ਜਾ ਰਹੇ ਨੇ ਕਿ ਸਾਡੇ ਬੌਸ ਨਾਲੋਂ ਬਕਵਾਸ ਬੰਦਾ ਤਾਂ ਦੁਨੀਆ 'ਚ ਹੈ ਹੀ ਕੋਈ ਨਹੀਂ। ਲੇਕਿਨ ਉੱਥੇ ਹੀ ਐਂਟਰੀ ਹੋ ਜਾਂਦੀ ਬੌਸ ਦੀ ਨਾਲ ਦੀ ਨਾਲ, ਅਤੇ ਜਿੱਦਾਂ ਹੀ ਬੌਸ ਦੀ ਐਂਟਰੀ ਹੁੰਦੀ ਹੈ ਉੱਦਾਂ ਹੀ ਅਸੀਂ ਆਪਣੇ ਆਪ ਨੂੰ ਬਦਲ ਲੈਂਦੇ ਹਾਂ। ਤਾਂ ਅੱਡ ਅੱਡ ਸਿਚੁਏਸ਼ਨਸ ਵਿੱਚ ਆਪਣੇ ਆਪ ਨੂੰ ਪ੍ਰਜੈਂਟ ਕਰਨ ਦੇ ਤਰੀਕੇ ਨੂੰ ਰਜਿਸਟਰ ਕਿਹਾ ਜਾਂਦਾ ਹੈ। ਹੁਣ ਜਿੱਦਾਂ ਹੀ ਬੌਸ ਦੀ ਐਂਟਰੀ ਹੋਈ, ਅਸੀਂ ਆਪਣੇ ਆਪ ਨੂੰ ਬਦਲ ਲਿਆ ਅਤੇ ਬੌਸ ਦੇ ਸਾਹਮਣੇ ਕੀ ਕਰਨ ਲੱਗ ਗਏ? ਹਾਂਜੀ ਹਾਂਜੀ ਕਰਨ ਲੱਗ ਗਏ, ਯੈਸ ਸਰ, ਯੈਸ ਸਰ, ਲਓ ਜੀ ਹੁਣੇ ਕੰਮ ਹੋ ਜਾਂਦਾ ਤੁਹਾਡਾ, ਜਿਵੇਂ ਤੁਸੀਂ ਕਹੋ ਸਰ, ਤੁਹਾਡੇ ਨਾਲ ਤਾਂ ਵਧੀਆ ਹੀ ਕੋਈ ਨਹੀਂ ਇਸ ਦੁਨੀਆ 'ਤੇ। ਤਾਂ ਰਜਿਸਟਰ ਕੀ ਹੈ? A register in linguistics is a way in which people use different words in different situations. Register ਜਿਹੜੀ ਲੈਂਗੁਏਜ ਦੀ ਜੇ ਆਪਾਂ ਗੱਲ ਕਰੀਏ ਤਾਂ ਰਜਿਸਟਰ ਇੱਕ ਇਹੋ ਜਿਹੀ ਭਾਸ਼ਾ ਆ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਯੂਜ਼ ਕਰਦੇ ਹਾਂ, ਅਲੱਗ-ਅਲੱਗ ਤਰ੍ਹਾਂ ਦੀ ਭਾਸ਼ਾ ਯੂਜ਼ ਕਰਦੇ ਹਾਂ। ਭਾਸ਼ਾ ਦਾ ਮਤਲਬ ਇਹ ਨਹੀਂ ਕਿ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਅਲੱਗ ਲੈਂਗੁਏਜ ਹੋ ਜਾਣਗੀਆਂ। ਭਾਸ਼ਾ ਤੋਂ ਇੱਥੇ ਮਤਲਬ ਇਹ ਹੈ ਕਿ ਤੁਹਾਡਾ ਆਪਣੇ ਆਪ ਨੂੰ ਦੂਸਰਿਆਂ ਦੇ ਸਾਹਮਣੇ ਪ੍ਰਜੈਂਟ ਕਰਨ ਦਾ ਜਿਹੜਾ ਤਰੀਕਾ ਬਦਲ ਜਾਂਦਾ ਹੈ। ਹੁਣ ਜੇ ਅਸੀਂ ਬੌਸ ਦੀਆਂ ਚੁਗਲੀਆਂ ਕਰ ਰਹੇ ਸੀ ਤਾਂ ਅਸੀਂ ਬੌਸ ਨੂੰ ਕੀ ਹੈ? ਬਕਵਾਸ ਬੰਦਾ ਦੱਸ ਰਹੇ ਸੀ। ਜਦੋਂ ਬੌਸ ਦੀ ਐਂਟਰੀ ਹੋਈ, ਸਿਚੁਏਸ਼ਨ ਬਦਲੀ, ਤਾਂ ਸਾਡੀ ਭਾਸ਼ਾ ਚੇਂਜ ਹੋ ਗਈ ਅਤੇ ਉਹੀ ਬਕਵਾਸ ਬੰਦਾ ਕੀ ਬਣ ਗਿਆ? ਯੈਸ ਸਰ, ਹਾਂਜੀ ਸਰ, ਜਿਵੇਂ ਤੁਸੀਂ ਕਹੋ, ਤੁਸੀਂ ਬਹੁਤ ਵਧੀਆ ਹੋ, ਤੁਹਾਡੇ ਤੋਂ ਵਧੀਆ ਤਾਂ ਹੈ ਹੀ ਕੋਈ ਨਹੀਂ। ਠੀਕ ਹੈ, ਤਾਂ ਰਜਿਸਟਰ ਇੱਕ ਇਹੋ ਜਿਹੀ ਭਾਸ਼ਾ ਆ ਜਿਹਦੇ ਵਿੱਚ ਆਪਾਂ ਆਪਣੇ ਆਪ ਨੂੰ ਦੂਸਰਿਆਂ ਦੇ ਸਾਹਮਣੇ ਪ੍ਰਜੈਂਟ ਕਰਦੇ ਹਾਂ, ਅਲੱਗ-ਅਲੱਗ ਤਰੀਕੇ ਦੇ ਸ਼ਬਦ ਯੂਜ਼ ਕਰਕੇ, ਅਲੱਗ-ਅਲੱਗ ਹਾਲਾਤਾਂ ਵਿੱਚ, ਡਿਫਰੈਂਟ ਸਿਚੁਏਸ਼ਨਸ ਵਿੱਚ ਡਿਫਰੈਂਟ ਤਰੀਕੇ ਨਾਲ ਆਪਾਂ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਪ੍ਰਜੈਂਟ ਕਰਦੇ ਹਾਂ। ਨੈਕਸਟ ਆਪਣੇ ਕੋਲ ਜਿਹੜੀ ਟਰਮ ਆ ਜਾਂਦੀ ਹੈ, ਉਹ ਕਿਹੜੀ ਟਰਮ ਹੈ? ਸਿੰਟੈਕਸ। ਸਿੰਟੈਕਸ, ਸਿੰਟੈਕਸ ਦਾ ਮਤਲਬ ਕੀ ਹੈ? ਸਟਰਕਚਰ। ਸਿੰਟੈਕਸ ਦਾ ਮਤਲਬ ਕੀ ਹੈ? ਸਟਰਕਚਰ। ਇੰਗਲਿਸ਼ ਵਿੱਚ ਆਪਾਂ ਪੜ੍ਹਦੇ ਹਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਇਹਦੇ ਨਾਲ ਮਿਲ ਕੇ ਇੱਕ ਸੈਂਟੈਂਸ ਬਣਦਾ। ਫੋਰ ਐਗਜ਼ਾਮਪਲ, ਸਬਜੈਕਟ ਦੀ ਜਗ੍ਹਾ ਆਪਾਂ ਹੀ ਲਗਾ ਦਿੱਤਾ, ਵਰਬ ਦੀ ਜਗ੍ਹਾ ਇਜ਼ ਲਗਾ ਦਿੱਤਾ, ਆਬਜੈਕਟ ਦੀ ਜਗ੍ਹਾ 'ਤੇ ਪਲੇਇੰਗ ਲਗਾ ਦਿੱਤਾ, ਹੀ ਇਜ਼ ਪਲੇਇੰਗ। ਤਾਂ ਸਿੰਟੈਕਸ ਦਾ ਮਤਲਬ ਹੁੰਦਾ ਹੈ ਇੱਕ ਸੈਂਟੈਂਸ ਵਿੱਚ, ਇੱਕ ਸੈਂਟੈਂਸ ਜਿਹੜਾ ਉਹ ਕਿਸ ਤਰ੍ਹਾਂ ਬਣਿਆ ਹੋਇਆ। ਠੀਕ ਹੈ, ਸੈਂਟੈਂਸ ਵਿੱਚ ਪਹਿਲਾਂ ਕੀ ਲੱਗੂਗਾ, ਬਾਅਦ 'ਚੋਂ ਕੀ ਲੱਗੂਗਾ, ਐਂਡ 'ਤੇ ਕੀ ਲੱਗੂਗਾ। ਇੱਕ ਵਾਕ ਹੈ ਜਿਹੜਾ, ਉਹ ਵਾਕ ਕਿਸ ਤਰ੍ਹਾਂ ਨਾਲ ਬਣਿਆ ਹੋਇਆ, ਉਹ ਜਿਹੜੇ ਸ਼ਬਦਾਂ ਦਾ ਤਾਲਮੇਲ ਹੈ। ਦੇਖੋ ਜਿੱਦਾਂ ਪਹਿਲੀ ਲਾਈਨ ਇੱਥੇ ਲਿਖੀ ਹੋਈ ਹੈ,
इन लिंग्विस्टिक्स सिंटैक्स कम्स फ्रॉम ग्रीक वर्ड, ये ग्रीक भाषा तो लिया गया शब्द है। तो ग्रीक भाषा का किहड़ा शब्द सी जिहदे तो सिंटैक्स बनाया गया? ग्रीक भाषा का शब्द सी कोऑर्डिनेशन, यानी कि तालमेल। ठीक है, तो सिंटैक्स आपां नूं की दसदा? सिंटैक्स कादी स्टडी है? एक सिंटैक्स इज अ स्टडी ऑफ स्ट्रक्चर, एक सेंटेंस नूं बनाउण दा स्ट्रक्चर की, एक सेंटेंस नूं बनाउण दे लई बनतर किहड़ी वरती जांदी है। यानी कि पहला सबजैक्ट आऊगा, दूजे नंबर ते वर्ब आऊगी, तीजे नंबर ते ऑब्जैक्ट आऊगा। ठीक है, तो ये जिहड़ी बनतर हैगी है इन्हां दा आपस च की तालमेल है, किवें एक बनतर किवें बनाई गई है, ये बनतर दी स्टडी नूं आपां सिंटैक्स कहने हैं। तो पेपर में एक क्वेश्चन भी आया होया, जिहड़े प्रीवियस ईयर के तुसीं क्वेश्चन पेपर देखोगे तो पेपर में एक क्वेश्चन भी आया होया है, स्टडी ऑफ स्ट्रक्चर इज नोन एज, इन लिंग्विस्टिक्स स्टडी ऑफ स्ट्रक्चर इज नोन एज, स्टडी ऑफ स्ट्रक्चर इज नोन एज सिंटैक्स। तो जे तुहानूं पेपर च क्वेश्चन आंदा है कि वट इज द स्टडी ऑफ स्ट्रक्चर नोन एज, इट इज कॉल्ड सिंटैक्स। सिंटैक्स इज द अरेंजमेंट ऑफ वर्ड्स टू फॉर्म अ सेंटेंस, एक वाक बनाउण दे लई शब्दां नूं किस तरतीब अनुसार जिहड़ी शब्दां दी बनतर बनाई गई है, एक वाक नूं बनाउण दे लई शब्दां नूं किस तरतीब अनुसार लगाया गया है, और शब्दां दी बनतर जिहड़ी है किस तरतीब अनुसार लगाई गई है, उन्हां दा अरेंजमेंट किवें कीता गया है, किवें उन्हां दा आपसी तालमेल बनाया गया है, वो सारे चीज़ दी स्टडी नूं आपां सिंटैक्स कहने आ। पेपर में सीधी सीधी इक्को ही लाइन आती है। ठीक है, या तो आह लाइन आएगी, सिंटैक्स इज अ अरेंजमेंट ऑफ वर्ड्स टू फॉर्म अ सेंटेंस। ठीक है, या फिर पेपर में आएगा व्हाट इज द स्टडी ऑफ स्ट्रक्चर नोन एज, तो इट इज कॉल्ड सिंटैक्स। शब्दां नूं इस किवें दी तरतीब अनुसार लगाइए कि एक वाक बन जाए, ओहदी स्टडी नूं की किया जाता है, की किया जाता है? सिंटैक्स किया जाता है। एग्जाम्पल के तौर पर सबजैक्ट प्लस वर्ब प्लस ऑब्जैक्ट, पहला सबजैक्ट आता है, फिर दूजे नंबर पर वर्ब लगती है, तो फिर अखीर ते की लगता है? ऑब्जैक्ट लगता है। तो शब्दां नूं इहो जी तरतीब अनुसार लगाना कि एक वाक बन जाए, इहो जिहा वाक जिहदा कोई मतलब होवे। ठीक है, तो ओहदी स्टडी नूं की किया जाता है? सिंटैक्स किया जाता है। नैक्सट अपने कोल आ जाता है समैंटिक्स। समैंटिक्स, हुण आपां ये तो देख लिया भी शब्दां नूं किहड़ी तरतीब अनुसार लगाइए कि वाक बन जाए, शब्दां नूं तरतीब अनुसार लगाउण दी स्टडी नूं आपां सिंटैक्स कहता। लेकिन वो जिहड़े शब्द लगाए ने उन्हां दा मतलब की है, ओहदी स्टडी नूं की किया जाता है? ओहदी स्टडी नूं समैंटिक्स किया जाता है। समैंटिक्स इज द स्टडी ऑफ मीनिंग, जिहड़े तुसीं शब्द लगाए ने एक वाक बनाउण दे लई, ਉਹ शब्दां दा कल्ले कल्ले शब्द का की मतलब है, या वो शब्दां नूं मिला के जिहड़ा वाक बनिया उस वाक का की मतलब है, ਉਹਦੀ स्टडी नूं आपां की कहने आ? समैंटिक्स कहने आ। ठीक है, तो ये लिए एग्जाम्पल चाहे तुसीं लिखनी है तो लिख सकते हो, जिहड़ी हुणे मैं तुहानूं लास्ट एग्जाम्पल दित्ती सी, ही इज़ प्लेइंग, तो इस सेंटेंस विच कल्ले कल्ले शब्द का की मतलब है, या इस शब्द जोड़ के जो वाक बनिया इस वाक का की मतलब है, इहदी मीनिंग दी स्टडी नूं समैंटिक्स किया जाता है। समैंटिक्स इज द स्टडी ऑफ मीनिंग। समैंटिक्स की हुंदा है? इट इज़ द स्टडी ऑफ मीनिंग। जो एक वाक बनाउण दे लई शब्द लगाए गए ने, उन्हां शब्दां दा की मतलब है, तो उन्हां शब्दां नूं जोड़ के जिहड़ा वाक बनिया, सेंटेंस बनिया, उस सेंटेंस का की मतलब है, उहदी स्टडी नूं समैंटिक्स किया जाता है। नैक्सट टर्म जिहड़ी अपने कोल आ जाती है, वो किहड़ी आ जाती है? डिस्क्रिप्टिव ग्रैमर। ग्रैमर सारिਆਂ ਨੂੰ पता है जिहदे च रूल्स हुंदे आ। ठीक है, जिवें आपां टेंस सारा कुछ पढ़ते हैं, ग्रैमर सारिਆਂ ਨੂੰ पता है, लेकिन आपां अज पढ़नी है डिस्क्रिप्टिव ग्रैमर। डिस्क्रिप्टिव ग्रैमर की हुंदी है? डिस्क्रिप्टिव ग्रैमर इज अ सैट ऑफ रूल्स अबाउट लैंगुएज। लैंगुएज यानी कि भाषा के रिगार्डिंग ये वो रूल्स ने ग्रैमर के ਜਿਹੜੇ ਕਿਹਦੇ ਉੱਪਰ ਕਿਹਦੇ ਕਿਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਨੇ ਕਿ ਜਿਹੜੀ ਭਾਸ਼ਾ ਹੈਗੀ ਹੈ ਉਹ ਕਿਵੇਂ ਯੂਜ਼ ਕੀਤੀ ਜਾਂਦੀ ਹੈ।
ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਪਹਿਲਾਂ ਦੋ ਗ੍ਰਾਮਰਸ ਆਪਾਂ ਪੜ੍ਹਨੀਆਂ ਨੇ, ਇੱਕ ਡਿਸਕ੍ਰਿਪਟਿਵ ਪੜ੍ਹਨੀ ਹੈ, ਇੱਕ ਆਪਾਂ ਪ੍ਰਿਸਕ੍ਰਿਪਟਿਵ ਪੜ੍ਹਨੀ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਜਿਹੜੀ ਹੈ ਐਗਜ਼ਾਮਪਲ ਦੇ ਤੌਰ ਤੇ ਸਮਝਾਉਣੀ ਹੈ, ਇੱਥੋਂ ਆਪਾਂ ਬਾਅਦ 'ਚ ਪੜ੍ਹਾਂਗੇ। ਡਿਸਕ੍ਰਿਪਟਿਵ ਗ੍ਰਾਮਰ ਨੂੰ ਕੰਪੇਅਰ ਕੀਤਾ ਜਾਂਦਾ ਹੈ, ਤੁਲਨਾ ਕੀਤੀ ਜਾਂਦੀ ਹੈ ਹਮੇਸ਼ਾ ਪ੍ਰਿਸਕ੍ਰਿਪਟਿਵ ਗ੍ਰਾਮਰ ਦੇ ਨਾਲ, ਠੀਕ ਹੈ। ਹੁਣ ਜਿਵੇਂ ਐਗਜ਼ਾਮਪਲ ਤੌਰ ਤੇ ਦੱਸਦੀ ਹਾਂ ਮੈਂ ਤੁਹਾਨੂੰ, ਜਿਵੇਂ ਆਪਾਂ ਇੱਕ ਡਾਕਟਰ ਦੇ ਦਵਾਈ ਲੈਣ ਵਾਸਤੇ ਗਏ, ਡਾਕਟਰ ਆਪਾਂ ਨੂੰ ਬੁਖਾਰ ਚੜ੍ਹਿਆ, ਆਪਾਂ ਡਾਕਟਰ ਦੇ ਦਵਾਈ ਲੈਣ ਵਾਸਤੇ ਗਏ ਹਾਂ ਅਤੇ ਡਾਕਟਰ ਨੇ ਆਪਾਂ ਨੂੰ ਪਰਚੀ 'ਤੇ ਦਵਾਈ ਲਿਖ ਕੇ ਦੇ ਦਿੱਤੀ, ਠੀਕ ਹੈ। ਆਪਾਂ ਬਾਹਰੋਂ ਆਉਂਦੇ ਆਉਂਦੇ ਉਹ ਦਵਾਈ ਲੈ ਆਂਦੀ ਘਰੇ, ਠੀਕ ਹੈ। ਹੁਣ ਆਪਾਂ ਨੂੰ ਡਾਕਟਰ ਨੇ ਦੱਸਤਾ ਵੀ ਆਹ ਦਵਾਈ ਹੈ ਅਤੇ ਇਸ ਤਰੀਕੇ ਨਾਲ ਇਹਨੂੰ ਖਾਣਾ ਹੈ, ਤੁਸੀਂ ਵੀ ਆਹ ਤਾਂ ਦਵਾਈ ਹੈ, ਇਹਨੂੰ ਇਸ ਤਰੀਕੇ ਨਾਲ ਤੁਸੀਂ ਖਾਣਾ ਹੈ, ਯਾਨੀ ਕਿ ਆਹ ਰੂਲਸ ਹੈ, ਇਹਨੂੰ ਇਸ ਤਰੀਕੇ ਨਾਲ ਵਰਤਣਾ ਹੈ। ਇਹ ਹੋ ਗਈ ਪ੍ਰਿਸਕ੍ਰਿਪਟਿਵ ਗ੍ਰਾਮਰ, ਜਿਹਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਹੈ ਵੀ ਆਹ ਤੁਹਾਡੇ ਕੋਲ ਰੂਲਸ ਨੇ ਅਤੇ ਇਹਨੂੰ ਇਸ ਤਰੀਕੇ ਨਾਲ ਤੁਹਾਨੂੰ ਵਰਤਣਾ ਚਾਹੀਦਾ ਹੈ, ਇਸ ਤਰੀਕੇ ਨਾਲ ਤੁਸੀਂ ਵਰਤੋਂਗੇ ਇਹਨੂੰ, ਠੀਕ ਹੈ। ਹੁਣ ਇਹ ਤਾਂ ਹੋ ਗਈ ਪ੍ਰਿਸਕ੍ਰਿਪਟਿਵ ਗ੍ਰਾਮਰ, ਜਿਹਦੇ ਵਿੱਚ ਸਾਨੂੰ ਇੱਕ ਪ੍ਰਿਸਕ੍ਰਾਈਬ ਕਰਤੀ ਦਵਾਈ ਅਤੇ ਅਸੀਂ ਦਵਾਈ ਲੈ ਕੇ ਸਾਨੂੰ ਇਹ ਦੱਸ ਦਿੱਤਾ ਗਿਆ ਵੀ ਇਹਨੂੰ ਦਿਨ 'ਚ 3 ਵਾਰੀ ਲੈਣਾ ਹੈਗਾ, ਠੀਕ ਹੈ। ਅਤੇ ਆਹ ਸਵੇਰੇ 2 ਗੋਲੀਆਂ, ਸ਼ਾਮ ਨੂੰ 2 ਗੋਲੀਆਂ, ਐਵੇਂ 3 ਵਾਰੀ ਦਿਨ 'ਚ ਲੈਣੀ। ਹੁਣ ਆਪਾਂ ਠਹਿਰੇ ਪੰਜਾਬੀ ਲੋਕ, ਅਸੀਂ ਤਾਂ ਕਰਨੀ ਹੁੰਦੀ ਆ ਆਪਦੇ ਮਨ ਦੀ, ਪੰਜਾਬੀ ਦੀ ਖਾਸ ਆਦਤ ਹੁੰਦੀ ਹੈ ਕਿ ਅਸੀਂ ਆਪਦੇ ਮਨ ਦੀ ਕਰਦੇ ਹਾਂ, ਹੈ ਨਾ, ਆਪਾਂ ਕਿਹੜਾ ਸਾਹਮਣੇ ਆਪਦੀ ਦੇਖਦੇ ਹਾਂ। ਹੁਣ ਆਪਾਂ ਦਵਾਈ ਲੈ ਆਂਦੀ, ਡਾਕਟਰ ਦੀ ਸਾਰੀ ਗੱਲ ਵੀ ਸੁਣ ਆਂਦੀ, 2 ਵਾਰੀ ਦਿਨ 'ਚ ਦਵਾਈ ਲੈ ਕੇ ਆਪਾਂ ਨੂੰ ਫਰਕ ਪੈ ਗਿਆ, ਬੁਖਾਰ ਚੜ੍ਹਿਆ ਨਹੀਂ, ਗਲੇ ਨੂੰ ਵੀ ਫਰਕ ਪੈ ਗਿਆ। ਫਿਰ ਜਿਹੜੀ ਬਾਕੀ ਦੀ ਬਚੀ ਦਵਾਈ ਹੁੰਦੀ ਹੈ ਉਹਦਾ ਆਪਾਂ ਕੀ ਕਰਦੇ ਹਾਂ, ਉਹਨੂੰ ਆਪਾਂ ਸਿੱਟ ਆਉਂਦੇ ਕੂੜੇਦਾਨ 'ਚ। ਡਾਕਟਰ ਨੇ ਕੀ ਕਿਹਾ ਸੀ, ਬਾਈ 2 ਦਿਨ ਲਗਾਤਾਰ ਖਾਣੀ ਹੈ ਤਾਂ ਕਿ ਇਨਫੈਕਸ਼ਨ ਖਤਮ ਹੋ ਜਾਏ, ਲੇਕਿਨ ਸਾਨੂੰ 2 ਖੁਰਾਕਾਂ ਨਾਲ ਫਰਕ ਪੈ ਗਿਆ, ਤੀਜੀ ਖੁਰਾਕ ਕਿੱਥੇ ਗਈ, ਕੂੜੇਦਾਨ 'ਚ। ਯਾਨੀ ਕਿ ਅਸੀਂ ਇਹ ਨਹੀਂ ਵੇਖਿਆ ਵੀ ਸਹੀ ਕੀ ਹੈ ਅਤੇ ਗਲਤ ਕੀ ਹੈ, ਅਸੀਂ ਬਸ ਉਹਨੂੰ ਵਰਤਨ, ਜਿਵੇਂ ਜਿਵੇਂ ਸਾਨੂੰ ਸੂਤ ਲੱਗਿਆ ਅਸੀਂ ਉਵੇਂ ਵਰਤ ਲਿਆ। ਫਿਰ ਉਹ ਹੋ ਗਈ ਡਿਸਕ੍ਰਿਪਟਿਵ ਗ੍ਰਾਮਰ। ਧਿਆਨ ਨਾਲ ਸਮਝਿਆ ਜੇ ਇਸ ਚੀਜ਼ ਨੂੰ। ਦੇਖੋ ਇੰਗਲਿਸ਼ ਵਿੱਚ ਕੁਝ ਰੂਲਸ ਹੁੰਦੇ ਨੇ, ਠੀਕ ਹੈ। ਜਿਵੇਂ ਆਪਾਂ ਟੈਂਸ ਦੀ ਗੱਲ ਕਰਦੇ ਹਾਂ, ਟੈਂਸ ਦੇ ਰੂਲਸ ਹੁੰਦੇ ਨੇ। ਟੈਂਸ ਦੇ ਰੂਲਸ ਇਸ ਕਰਕੇ ਬਣਾਏ ਗਏ ਨੇ ਤਾਂ ਕਿ ਸਾਨੂੰ ਇਹ ਦੱਸਿਆ ਜਾ ਸਕੇ ਵੀ ਇੰਗਲਿਸ਼ ਨੂੰ ਸਹੀ ਮਾਇਨੇ ਵਿੱਚ ਕਿਵੇਂ ਵਰਤਣਾ ਹੈ, ਠੀਕ ਹੈ। ਤਾਂ ਜਿਹੜੀ ਰੂਲਸ ਹੈ ਉਹ ਸਾਨੂੰ ਕੀ ਦੱਸਦੇ ਨੇ ਵੀ ਤੁਸੀਂ ਗ੍ਰਾਮਰ ਨੂੰ ਕਿਵੇਂ ਇੰਗਲਿਸ਼ ਨੂੰ ਸਹੀ ਤਰੀਕੇ ਨਾਲ ਬੋਲਣਾ ਹੈ, ਕਿਵੇਂ ਸਹੀ ਤਰੀਕੇ ਨਾਲ ਲਿਖਣਾ ਹੈ। ਔਰ ਇਹ ਰੂਲਸ ਕਿਹਦੇ ਵਿੱਚ ਦੱਸੇ ਜਾਂਦੇ ਨੇ, ਸਾਨੂੰ ਪ੍ਰਿਸਕ੍ਰਿਪਟਿਵ ਗ੍ਰਾਮਰ ਵਿੱਚ ਦੱਸੇ ਜਾਂਦੇ ਨੇ। ਇਹ ਸਾਨੂੰ ਕਿਹਦੇ 'ਚ ਦੱਸੇ ਜਾਂਦੇ ਨੇ, ਪ੍ਰਿਸਕ੍ਰਿਪਟਿਵ ਗ੍ਰਾਮਰ ਵਿੱਚ ਦੱਸੇ ਜਾਂਦੇ ਨੇ ਕਿ ਜਿਹੜੇ ਰੂਲਸ ਹੈਗੇ ਨੇ ਉਹ ਸਹੀ ਤਰੀਕੇ ਨਾਲ ਕਿਵੇਂ ਵਰਤਣੇ ਆ। ਲੇਕਿਨ ਆਪਾਂ ਜਿਹੜੇ ਤਰੀਕੇ ਨਾਲ ਵਰਤਦੇ ਹਾਂ ਉਹ ਕਿਹਦੇ ਵਿੱਚ ਆਉਂਦਾ ਆ, ਉਹ ਡਿਸਕ੍ਰਿਪਟਿਵ ਗ੍ਰਾਮਰ ਵਿੱਚ ਆਉਂਦਾ। ਮੈਂ ਦੁਬਾਰਾ ਦੱਸ ਰਹੀ ਹਾਂ ਇਹ ਚੀਜ਼ ਕਿ ਸਾਨੂੰ ਕਲਾਸ ਦੇ ਵਿੱਚ ਟੈਂਸ ਦੇ ਰੂਲ ਸਿਖਾਏ ਗਏ ਕਿ ਪ੍ਰੈਜ਼ੈਂਟ ਵਿੱਚ ਇਜ਼ ਲੱਗਦਾ, ਪਾਸਟ ਵਿੱਚ ਵਾਜ਼ ਲੱਗਦਾ ਅਤੇ ਫਿਊਚਰ ਵਿੱਚ ਵਿਲ ਲੱਗਦਾ। ਇਹ ਸਾਨੂੰ ਕਲਾਸ 'ਚ ਸਿਖਾਇਆ ਗਿਆ, ਠੀਕ ਹੈ। ਅਤੇ ਇਹ ਦੱਸ ਕੇ ਸਾਨੂੰ ਕਿਹਾ ਗਿਆ ਵੀ ਤੁਸੀਂ ਇੰਗਲਿਸ਼ ਹੈ ਜਿਹੜੀ ਐਂ ਹੀ ਬੋਲਣੀ ਹੈ। ਇਹ ਕਿਹਦੇ 'ਚ ਆ ਗਿਆ, ਪ੍ਰਿਸਕ੍ਰਿਪਟਿਵ ਗ੍ਰਾਮਰ ਵਿੱਚ। ਲੇਕਿਨ ਅਸੀਂ ਕਿਵੇਂ ਬੋਲ ਰਹੇ ਹਾਂ, ਅਸੀਂ ਪ੍ਰੈਜ਼ੈਂਟ ਵਿੱਚ ਇਜ਼ ਦੀ ਜਗ੍ਹਾ ਜੇ ਵਾਜ਼ ਬੋਲ ਰਹੇ ਹੋਈਏ, ਉਹ ਕਿਹਦੇ 'ਚ ਆਊਗਾ, ਡਿਸਕ੍ਰਿਪਟਿਵ ਗ੍ਰਾਮਰ। ਡਿਸਕ੍ਰਿਪਟਿਵ ਗ੍ਰਾਮਰ ਵਿੱਚ ਕੁਛ ਵੀ ਸਹੀ ਜਾਂ ਗਲਤ ਨਹੀਂ ਹੁੰਦਾ। ਡਿਸਕ੍ਰਿਪਟਿਵ ਗ੍ਰਾਮਰ ਕੀ ਕਹਿੰਦੀ ਹੈ ਵੀ ਸਾਡੀ ਗੱਲ ਸਾਹਮਣੇ ਵਾਲੇ ਨੂੰ ਸਮਝ ਆਉਣੀ ਚਾਹੀਦੀ ਹੈ, ਚਾਹੇ ਅਸੀਂ ਇਸ ਦੀ ਜਗ੍ਹਾ ਆਵਾਜ਼ ਹੀ ਬੋਲ ਦਈਏ। ਡਿਸਕ੍ਰਿਪਟਿਵ ਗ੍ਰਾਮਰ ਕਹਿੰਦੀ ਹੈ ਇੰਗਲਿਸ਼ ਵਿੱਚ ਕੁਛ ਵੀ ਸਹੀ ਗਲਤ ਨਹੀਂ ਹੈਗਾ, ਜੇ ਸਾਡੀ ਗੱਲ ਸਾਹਮਣੇ ਵਾਲੇ ਨੂੰ ਸਮਝ ਆ ਰਹੀ ਹੈ ਮਤਲਬ ਸਭ ਸਹੀ ਹੈ। ਲੇਕਿਨ ਪ੍ਰਿਸਕ੍ਰਿਪਟਿਵ ਗ੍ਰਾਮਰ ਕਹਿੰਦੀ ਹੈ ਵੀ ਜੋ ਰੂਲ ਹੈ ਉਹਨਾਂ ਨੂੰ ਉਸੇ ਅਕੋਰਡਿੰਗ ਹੀ ਵਰਤੋ। ਤਾਂ ਮਤਲਬ ਪ੍ਰਿਸਕ੍ਰਿਪਟਿਵ ਗ੍ਰਾਮਰ ਸਾਨੂੰ ਇਹ ਦੱਸਦੀ ਹੈ ਵੀ ਸਾਨੂੰ ਇੰਗਲਿਸ਼ ਕਿਵੇਂ ਬੋਲਣੀ ਚਾਹੀਦੀ ਹੈ, ਡਿਸਕ੍ਰਿਪਟਿਵ ਗ੍ਰਾਮਰ ਇਹ ਦੱਸਦੀ ਹੈ ਵੀ ਅਸੀਂ ਕਿੱਦਾਂ ਬੋਲਦੇ ਹਾਂ। ਆਈ ਹੋਪ ਤੁਹਾਨੂੰ ਜਿਹੜੀ ਕਲੀਅਰ ਹੋ ਗਈ ਹੋਏਗੀ। ਤਾਂ ਡਿਸਕ੍ਰਿਪਟਿਵ ਗ੍ਰਾਮਰ ਕੀ ਦੱਸਦੀ ਹੈ, ਅ ਡਿਸਕ੍ਰਿਪਟਿਵ ਗ੍ਰਾਮਰ ਇਜ਼ ਅ ਸੈਟ ਆਫ ਰੂਲਸ ਅਬਾਊਟ ਲੈਂਗੁਏਜ। ਭਾਸ਼ਾ ਦੇ ਬਾਰੇ ਇਹੋ ਜਿਹੇ ਰੂਲਸ ਨੇ ਉਹ ਜੋ ਕਿਹਦੇ ਉੱਪਰ ਬਣੇ ਹੋਏ ਨੇ, ਕਿਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਬਣੇ ਹੋਏ ਨੇ ਕਿ ਅਸੀਂ ਕਿਵੇਂ ਵਰਤਦੇ ਹਾਂ ਭਾਸ਼ਾ ਨੂੰ।
इन डिस्क्रिप्टिव ग्रामर देयर इज़ नो राइट और रॉन्ग। डिस्क्रिप्टिव ग्रामर विच कुछ भी सही गलत नहीं हुंदा। डिस्क्रिप्टिव ग्रामर विच सारा कुछ ही सही है। वो कहती है जी जे सामने वाले नूं तुहाडी गल समझ आ गई फिर भावें तुसीं इज़ बोलो, वाज बोलो, विल बोलो, कोई फर्क नहीं पैंदा। बस सामने वाले नूं समझ आउणी चाहीदी है। डिस्क्रिप्टिव ग्रामर नूं हमेशा प्रिस्क्रिप्टिव ग्रामर नाल कंपेयर किया जाता है। ठीक है, डिस्क्रिप्टिव ग्रामर डिस्क्राइब करती है किस चीज़ नूं डिस्क्राइब करती है कि असी भाषा नूं किवें यूज़ करते हैं, किवें वरतते हैं, अपनी असल जिंदगी विच असी भाषा नूं किवें वरतते हैं। ठीक है, तो दूजी गल आ जाती प्रिस्क्रिप्टिव ग्रामर की। तो प्रिस्क्रिप्टिव ग्रामर की एक ट्रडिशनल अप्रोच है, यानी कि पुराने टाइम तो चली आ रही है। हुण देखो टेंस दे रूल है वो किन्ने पुराने टाइम तो चले आ रहे हैं। किहड़े वेलिਆਂ ਦੇ सेम ਉਹੀ रूल चलते पे ने। ठीक है, ਜਿਹੜੀ ਸਾਨੂੰ ਇਹ ਦੱਸਦੀ है कि ਅਸੀਂ ਭਾਸ਼ਾ ਨੂੰ ਕਿਵੇਂ ਵਰਤਣਾ, जो ਸਾਨੂੰ ਭਾਸ਼ਾ ਨੂੰ ਵਰਤਣਾ ਸਿਖਾਉਂਦੀ है। प्रिस्क्रिप्टिव ग्रामर सानू सिखाउंदी है भी जिहड़ी लैंगवेज हैगी है, इंग्लिश लैंगवेज हैगी है, उहनूं किवें वरतिया जा सकदा है। डिस्क्रिप्टिव ग्रामर सानू की दसदी है भी असी आप किवें वरतदे हां। दोनों च फर्क है। एक सानू सिखाउंदी है सही तरीका वरतन दा, एक विच कुछ भी सही गलत नहीं, एक विच सारा कुछ ही सही है। समझ आई मेरी गल कि प्रिस्क्रिप्टिव ग्रामर सानू सही तरीका सिखाउंदी है। बई आ रूल है, इन्हां नूं फॉलो करके आई इंग्लिश बोली जाती है। लेकिन डिस्क्रिप्टिव की कहती है भाई कोई रूल नहीं, कोई सही गलत नहीं, जिवें तुसीं बोलता सामने वाले नूं समझ आ गया मतलब सारा कुछ सही है। ठीक है जी। प्रिस्क्रिप्टिव ग्रामर इज़ असेंशियल मतलब इंपॉर्टेंट, जरूरी। प्रिस्क्रिप्टिव ग्रामर जिहड़ी वो बहुत जरूरी है। क्यों जरूरी है? क्योंकि इसे नाल ही असी फॉर्मल इंग्लिश बोलनी तो लिखनी सीखते हैं। फॉर्मल इंग्लिश का मतलब है जिहड़ी आपां जिवें लैटर लिखते हैं, ऐसे लिखते हैं। ठीक है, जिहड़ी आपां जिवें लै लो आपां कह सकते हैं कि किसी इंटरव्यू च बोलते हैं। हुण घरे तो आपां किसी नाल भी कुछ भी बोल लैंदे हैं। जे आपां घरे कहिए कि इंग्लिश च गल करनी है या आपां आपस च इंग्लिश च गल करनी है तो आपां इज़ वॉज का ध्यान ही नहीं रखते। लेकिन जे आपां इंटरव्यू च बैठे होइए लेकिन उत्थे तो आपां नूं ध्यान रखना पऊगा ना। तो या फिर कोई आपां लैटर लिख रहे हैं या कोई ऐसे लिख रहे हैं तो उत्थे इन्हां चीज़ां का ध्यान रखना पैंदा है भी किहड़ी चीज़ कित्थे आपां किहड़ी चीज़ यूज़ करनी है। तो प्रिस्क्रिप्टिव ग्रामर सानू फॉर्मल इंग्लिश बोलनी तो लिखनी सिखाउंदी है। फॉर्मल इंग्लिश बोलन ते लिखन दे रूल दसदी है। तो डिस्क्रिप्टिव ग्रामर की दसदी है भाई चक दो फट्टे, बस सामने वाले नूं समझ आनी चाहिए है, बाकी कोई सिरदर्दी नहीं, सही होवे गलत होवे डजेंट मैटर। हाँ जी, हुण आपां इत्थे क्लास नूं खत्म करदे हां। ठीक है, नैक्सट क्लास विच इसे दे आपां MCQs करांगे। जिन्ना हुण तक मैं कराता दो जिहड़ियां मैं क्लासिस जिहड़ियां पैडागोजिकल टर्म्स दे रिलेटेड मैं तुहानूं करा चुकी हाँ। प्रिस्क्रिप्टिव ग्रामर ते अपनी पैडागोजिकल टर्म्स खत्म हो रही ने। ठीक है, तो ये जिन्नियां टर्म्स मैं तुहानूं करा दित्तियां नैक्सट क्लास विच आपां इहदे की करांगे MCQs करांगे। एंड आई होप कि तुसीं उन्हां MCQs दे सही आंसर दोगे। तुसीं इन्हां दोनों क्लासिस नूं रिवाइज करो। जो भी डाउट होया इन्हां दोनों क्लासिस दा विचों कोई भी डाउट होया मैनू कमेंट सैक्शन में मैसेज कर देना, मैं तुहाडे डाउट सारे दे सारे क्लीयर कर दांगी। एंड आई होप तीसरा जो मैं MCQs की क्लास लैके आवांगे तुहाडे लई तां उदों तुहाडे की है सारे डाउट्स भी क्लीयर हो जाणगे और तुहाडे मन विच कोई किसी भी तरह की कोई मतलब रहेगा नहीं कि सानू ये चीज़ समझ नहीं आई या साडा क्वेश्चन गलत होया। साडा कोई क्वेश्चन भी गलत नहीं होएगा। एंड आई होप तुहानूं अज दी क्लास वधिया लगी होएगी और जे वधिया लगी तो मैनू कमेंट सैक्शन में मैसेज करके जरूर दसना। और जो भी डाउट होया वो पुछण लई बिल्कुल भी हिचकिचाना नहीं, कमेंट सैक्शन थोड़ा ही है। थैंक यू वेरी मच।